ਸੋ ਇਸ ਵਕਤ ਤੁਸੀਂ ਤਸਵੀਰਾਂ ਦੇਖ ਰਹੇ ਹੋ 올림픽 ਦੇ ਵਿੱਚ ਦੇਸ਼ ਦਾ ਸੂਬੇ ਦਾ ਨਾਮ ਰੋਸ਼ਨ ਕਰਕੇ ਆਪਣੇ ਘਰਦਿਆਂ ਦਾ ਨਾਮ ਰੋਸ਼ਨ ਕਰਕੇ ਪਟਿਆਲਾ ਦੀ ਧਰਤੀ ਤੇ ਪਹੁੰਚੇ ਨੇ ਕਮਲਪ੍ਰੀਤ ਕੌਰ ਜਿਨ੍ਹਾਂ ਨੇ ਡਿਸਕਸ ਥਰੋ ਦੇ ਵਿੱਚ 6ਵਾਂ ਰੈਂਕ ਹਾਸਲ ਕੀਤਾ ਸੀ। ਸੋ ਤੁਸੀਂ ਦੇਖ ਸਕਦੇ ਹੋ ਕਿੰਨਾ ਉਤਸ਼ਾਹ ਹੈ ਬੱਚਿਆਂ ਦੇ ਵਿੱਚ ਔਰ ਉਹਨਾਂ ਦਾ ਸਵਾਗਤ ਕਰਨ ਲਈ ਪਹੁੰਚੇ ਹੈ। ਸੋ ਇਹ ਬੜਾ ਵੱਡੀ ਗੱਲ ਹੈ ਕਿਉਂਕਿ ਮਿਲਖਾ ਸਿੰਘ ਜੀ ਤੋਂ ਬਾਅਦ ਔਰ ਪੀਟੀ ਊਸ਼ਾ ਤੋਂ ਬਾਅਦ ਜੇਕਰ ਗੱਲ ਕਰ ਲਈਏ 올림픽 ਦੇ ਵਿੱਚ ਐਥਲੀਟ ਦੇ ਵਿੱਚ ਕੋਈ ਨਾਮ ਇਸ ਵਕਤ ਬਣਿਆ ਤਾਂ ਉਹ ਕਮਲਪ੍ਰੀਤ ਕੌਰ ਦਾ ਬਣਿਆ ਜਿਨ੍ਹਾਂ ਨੇ ਮਹਿਲਾ ਹੋਣ ਦੇ ਬਾਵਜੂਦ ਦੇਸ਼ ਦੀ ਧੀ ਹੋਣ ਦੇ ਬਾਵਜੂਦ ਵੀ ਆਪਣਾ ਇੱਕ ਰੈਂਕ ਸਥਾਪਿਤ ਕਰ ਲਿਆ। ਸੋ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਵੀ। ਬਹੁਤ ਬਹੁਤ ਸਵਾਗਤ ਹੈ ਜੀ, ਸਾਡੇ ਵੱਲੋਂ ਵੀ ਬਹੁਤ ਬਹੁਤ ਮੁਬਾਰਕਾਂ ਤੁਹਾਨੂੰ, ਤੁਸੀਂ ਦੇਸ਼ ਦਾ ਔਰ ਸੂਬੇ ਦਾ ਨਾਂ ਰੋਸ਼ਨ ਕੀਤਾ। ਅੱਜ ਤੁਹਾਡਾ ਬੜਾ ਭਰਮਾ ਸਵਾਗਤ ਹੋ ਰਿਹਾ, ਤੁਹਾਡੇ ਸ਼ਹਿਰ ਵੀ ਤੁਹਾਨੂੰ ਲੋਕ ਉਡੀਕ ਰਹੇ ਹੈ, ਕੀ ਕਹੋਗੇ? ਸਰ ਮੈਨੂੰ ਬੜੀ ਖੁਸ਼ੀ ਹੋਈ ਕਿ ਪਟਿਆਲਾ ਮੈਨੂੰ ਪਹੁੰਚ ਕੇ ਇੰਨਾ ਮਾਣ ਸਨਮਾਨ ਮਿਲਿਆ ਤੇ ਮੈਂ ਸਪੈਸ਼ਲੀ ਥੈਂਕ ਯੂ ਕਰਦੀ ਹਾਂ ਪਟਿਆਲਾ ਦਾ ਤੇ ਡੀਐਸਓ ਸਰ ਦਾ ਜਿਨ੍ਹਾਂ ਨੇ ਮੈਨੂੰ ਇੱਥੇ ਆ ਕੇ ਇੰਨਾ ਵੱਡਾ ਸਵਾਗਤ ਕੀਤਾ ਤੇ ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਸਰ। ਜਿਸ ਤਰ੍ਹਾਂ ਕਿ ਤੁਸੀਂ ਬਹੁਤ ਵੱਡਾ ਨਾਂ ਰੋਸ਼ਨ ਕੀਤਾ, ਅੱਜ ਦੇਸ਼ ਤੁਹਾਡੇ ਤੇ ਮਾਣ ਕਰ ਰਿਹਾ, ਪ੍ਰਧਾਨ ਮੰਤਰੀ ਤੁਹਾਡੇ ਨਾਲ ਗੱਲ ਕਰਦੇ ਆ, ਕੀ ਲੱਗਦਾ ਵੀ ਥੋੜੀ ਜਿਹੀ ਚੂਕ ਰਹਿ ਗਈ, ਕੋਈ ਟੈਕਨੀਕਲ ਚੀਜ਼ ਸੀ ਜਾਂ ਕਿਸ ਤਰ੍ਹਾਂ ਦਾ ਉਹ ਸੀਗਾ ਦੌਰ? ਕਿਉਂਕਿ ਬਹੁਤ ਮੈਂ ਸਮਝਦਾ ਵੀ ਟੈਨਸ਼ਨ ਹੁੰਦੀ ਉਸ ਵਕਤ, ਬੜਾ ਪ੍ਰੈਸ਼ਰ ਬੰਦੇ ਦੇ ਉੱਤੇ ਬਣਿਆ ਹੁੰਦਾ। ਐਕਚੁਅਲੀ ਸਰ ਥੋੜਾ ਵੈਦਰ ਕੰਡੀਸ਼ਨ ਖਰਾਬ ਹੋ ਗਈ ਸੀ, ਬਾਰਿਸ਼ ਹੋਈ ਸੀ ਬਹੁਤ ਜ਼ਿਆਦਾ ਤੇ ਥੋੜਾ ਫਸਟ ਟਾਈਮ ਵੱਡਾ ਕੰਪੀਟੀਸ਼ਨ ਸੀ, ਇਸ ਵਾਸਤੇ ਪ੍ਰੈਸ਼ਰ ਵੀ ਜ਼ਿਆਦਾ ਸੀ। ਹਾਂਜੀ ਸੋ ਗੱਲ ਕਰ ਲਈਏ, ਜਿਸ ਤਰ੍ਹਾਂ ਕਿ ਅਸੀਂ ਤੁਹਾਡੇ ਬਾਰੇ ਜਿੰਨਾ ਕੁ ਜਾਣਿਆ, ਇੱਕ ਸਧਾਰਨ ਪਰਿਵਾਰ 'ਚੋਂ ਉੱਠੇ ਹੋ, ਆਪਣੀ ਮਿਹਨਤ ਆਪਣੇ ਬਲਬੂਤੇ ਤੇ ਤੁਸੀਂ ਉਸ ਮੁਕਾਮ ਤੱਕ ਪਹੁੰਚੇ ਹੋ ਜਿੱਥੇ ਪਹੁੰਚਣ ਲਈ ਬੜਾ ਸਮਾਂ ਲੱਗ ਜਾਂਦਾ ਔਰ ਬੜਾ ਜ਼ੋਰ ਵੀ ਲੱਗ ਜਾਂਦਾ। ਸਰਕਾਰ ਵੱਲੋਂ ਕਿਸ ਤਰ੍ਹਾਂ ਦੀ ਜਿਹੜੀ ਹੈ ਰਣਨੀਤੀ ਰਹੀ, ਕਿਸ ਤਰ੍ਹਾਂ ਦੀ ਤੁਹਾਨੂੰ ਫੈਸਿਲਿਟੀਜ਼ ਪ੍ਰੋਵਾਈਡ ਹੋਈ ਜਾਂ ਕਿਤੇ ਕਮੀ ਰਹਿ ਜਾਂਦੀ ਹੈ ਮਾੜੀ ਮੋਟੀ? ਸਟਾਰਟਿੰਗ ਵਿੱਚ ਸਰ ਗਰਾਊਂਡ ਲੈਵਲ ਤੇ ਜ਼ਰੂਰ ਕਮੀ ਹੁੰਦੀ ਹੈ, ਲੇਕਿਨ ਜਦੋਂ ਪਲੇਅਰ ਕੋਈ ਨਾਮ ਹੋ ਜਾਂਦਾ ਉਦੋਂ ਬਾਅਦ ਸਰਕਾਰ ਹੈਲਪ ਕਰਨ ਲੱਗ ਪੈਂਦੀ ਹੈ। ਲੇਕਿਨ ਮੈਂ ਵੀ ਇਹ ਕਹਿਣਾ ਚਾਹੁੰਦੀ ਕਿ ਜਿਹੜਾ ਗਰਾਊਂਡ ਲੈਵਲ ਤੋਂ ਹੈ ਉਦੋਂ ਸਟਾਰਟ ਕੀਤਾ ਜਾਵੇ। ਬਹੁਤ ਸਪੋਰਟਸਮੈਨ ਹੈਗੇ ਜਿਹੜੇ ਗਰਾਊਂਡ ਲੈਵਲ ਤੇ ਉਹਨਾਂ ਨੂੰ ਹੈਲਪ ਨਹੀਂ ਮਿਲਦੀ ਤੇ ਉਹ ਉੱਪਰ ਆ ਹੀ ਨਹੀਂ ਸਕਦੇ ਸਰ, ਲੇਕਿਨ ਗਰਾਊਂਡ ਲੈਵਲ ਤੇ ਕੰਮ ਕਰਨਾ ਚਾਹੀਦਾ ਹੈ। ਅਸੀਂ ਕਈ ਜਿਹੜੇ ਹੈ ਪਲੇਅਰਸ ਹੈ ਉਹਨਾਂ ਨਾਲ ਗੱਲ ਕੀਤੀ ਜਿਨ੍ਹਾਂ ਨੇ ਮਹਾਰਤਾਂ ਹਾਸਲ ਕੀਤੀਆਂ, ਉਹਨਾਂ ਦਾ ਸਾਰਿਆਂ ਦਾ ਇੱਕ ਕਹਿਣਾ ਹੈ ਕਿ ਸਾਡੇ ਦੇਸ਼ ਦੇ ਵਿੱਚ ਟੈਕਨੀਕ ਦੀ ਕਮੀ ਨਹੀਂ, ਜ਼ੋਰ ਦੀ ਕਮੀ ਨਹੀਂ, ਮਿਹਨਤ ਦੀ ਕਮੀ ਨਹੀਂ, ਲਗਨ ਦੀ ਕਮੀ ਨਹੀਂ, ਪਰ ਸਰਕਾਰ ਕਿਤੇ ਨਾ ਕਿਤੇ ਅਵਿਸਲਾਪਣ ਕਰ ਦਿੰਦੀ ਹੈ ਜਿਸ ਕਰਕੇ ਬੜੀ ਨੇੜੇ ਪਹੁੰਚ ਕੇ ਅਸੀਂ ਪਿੱਛੇ ਰਹਿ ਜਾਂਦੇ ਆ। ਜਿਸ ਤਰ੍ਹਾਂ ਕਿ ਤੁਸੀਂ ਦੇਖਿਆ ਹੁਣ ਹਾਕੀ ਦੇ ਵਿੱਚ ਵੀ ਹੋਇਆ ਤੁਹਾਡੇ ਵੀ, ਤੇ ਕਿਉਂ ਇਸ ਤਰ੍ਹਾਂ ਕਰਦੀਆਂ ਸਰਕਾਰਾਂ? ਕਿਉਂਕਿ ਜਦੋਂ ਕਿ ਸਾਡਾ ਦੇਸ਼, ਸਾਡੇ ਦੇਸ਼ ਦੇ ਬੱਚੇ ਮੈਡਲ ਲਿਆ ਸਕਦੇ ਆ, ਆਪਣਾ ਇੱਕ ਮਾਰਕਾ ਸਥਾਪਿਤ ਕਰ ਸਕਦੇ ਆ, ਫਿਰ ਕਿਉਂ ਸਰਕਾਰਾਂ ਅਵਿਸਲਾਪਣ ਕਰਦੀਆਂ? ਸਰਕਾਰਾਂ ਸਰ ਹੈਲਪ ਉਦੋਂ ਕਰਦੀਆਂ ਜਦੋਂ ਕੋਈ ਬੱਚਾ ਉੱਪਰ ਉੱਠ ਜਾਂਦਾ ਹੈ, ਉਦੋਂ ਪਹਿਲਾਂ ਉਹ ਥੋੜਾ ਕੰਮ ਢਿੱਲਾ ਹੈ ਤੇ ਮੈਂ ਉਹੀ ਚਾਹੁੰਦੀ ਕਿ ਸਰਕਾਰਾਂ ਗਰਾਊਂਡ ਲੈਵਲ ਤੋਂ ਹੀ ਕੰਮ ਸਟਾਰਟ ਕਰਨ ਤਾਂ ਜੋ ਬੱਚੇ ਇੰਟਰਨੈਸ਼ਨਲ ਲੈਵਲ ਤੇ ਜਾ ਕੇ ਵਧੀਆ ਕਰਨ। ਅੱਜ ਜਿਹੜਾ ਤੁਸੀਂ ਮਾਰਕਾ ਲਾਇਆ ਜੀ, ਤੁਹਾਡੇ ਮਾਤਾ ਪਿਤਾ ਨੂੰ ਜਿੱਥੇ ਤੁਹਾਡੇ ਤੇ ਮਾਣ ਹੈ, ਉੱਥੇ ਤੁਹਾਡੇ ਸੂਬੇ ਨੂੰ, ਤੁਹਾਡੇ ਪਿੰਡ ਨੂੰ, ਤੁਹਾਡੇ ਸ਼ਹਿਰ ਨੂੰ, ਤੁਹਾਡੇ ਦੇਸ਼ ਨੂੰ ਔਰ ਵਰਲਡ ਦੁਨੀਆ ਨੂੰ ਇੱਕ ਮਾਣ ਹੈ। ਪਰ ਅੱਜ ਫਿਰ ਵੀ ਕਿਤੇ ਨਾ ਕਿਤੇ ਅਸੀਂ ਦੇਖਦੇ ਹਾਂ ਲੋਕ ਹਜੇ ਵੀ ਭਰੂਣ ਹੱਤਿਆ ਵਰਗੀਆਂ ਚੀਜ਼ਾਂ ਨੂੰ ਅਪਣਾ ਲੈਂਦੇ ਆ, ਸਮਾਜ ਦੇ ਵਿੱਚ ਇਹ ਜ਼ਹਿਰ ਘੁਲ ਰਿਹਾ। ਕੀ ਕਹੋਗੇ ਉਹਨਾਂ ਲੋਕਾਂ ਨੂੰ? ਇਹ ਤਾਂ ਬਹੁਤ ਜ਼ਿਆਦਾ ਗਲਤ ਗੱਲ ਹੈ ਸਰ। ਭਰੂਣ ਹੱਤਿਆ ਇੱਕ ਤਾਂ ਅਪਰਾਧ ਹੈਗਾ, ਲੇਕਿਨ ਫਿਰ ਵੀ ਲੋਕ ਕਰਦੇ ਨੇ ਤੇ ਮੈਂ ਉਹਨਾਂ ਨੂੰ ਇਹੀ ਕਹਿਣਾ ਚਾਹੁੰਦੀ ਕਿ ਅੱਜ ਕੱਲ੍ਹ ਲੜਕੀਆਂ 올림픽 ਦੇ ਵਿੱਚ ਤੁਸੀਂ ਵੇਖ ਲਓ ਸਰ, ਜਿੰਨੀਆਂ ਲੜਕੀਆਂ ਪੂਰੇ ਟੌਪ ਹੁੰਦੇ ਚ ਰਹੀਆਂ ਤੇ ਮੈਂ ਇਹੀ ਉਹਨਾਂ ਨੂੰ ਕਹਿਣਾ ਚਾਹੁੰਦਾ ਕਿ ਐਵੇਂ ਦਾ ਕੰਮ ਨਾ ਕਰੀਏ ਤਾਂ ਜ਼ਿਆਦਾ ਵਧੀਆ ਹੈ ਜੀ। ਬਿਲਕੁਲ ਜੀ, ਧੀਆਂ ਨੂੰ ਕੁੱਖ 'ਚ ਮਾਰਨ ਵਾਲੇ ਦੇਖ ਲੈਣ। ਇਹ ਵੀ ਧੀ ਹੈ ਜਿਸ ਧੀ ਨੇ ਪੂਰੀ ਦੁਨੀਆ ਦੇ ਵਿੱਚ ਆਪਣੇ ਮਾਤਾ ਪਿਤਾ ਦੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ। ਸਰਕਾਰ ਤੋਂ ਕੀ ਅਪੇକ୍ଷା ਕਰਦੇ ਹੋ, ਕੀ ਸੋਚਦੇ ਹੋ ਵੀ ਸਰਕਾਰ ਹੁਣ ਤੁਹਾਡੇ ਲਈ ਕੀ ਕਰੇ? ਮੈਂ ਇਹੀ ਅਪੇक्षा ਕਰਦੀ ਕਿ ਆਉਣ ਵਾਲੇ ਟਾਈਮ ਵਿੱਚ ਸਾਡੀ ਬਹੁਤ ਜ਼ਿਆਦਾ ਹੈਲਪ ਕੀਤੀ ਜਾਵੇ, ਸਾਨੂੰ ਮਤਲਬ ਜਿੰਨਾ ਹੋ ਸਕਦੀ ਮਦਦ ਕਰੀਏ। ਅਸੀਂ ਬਾਹਰ ਦੀ ਟ੍ਰੇਨਿੰਗ ਦਾ ਸੋਚ ਰਹੇ ਹਾਂ, ਉਹਦੇ ਵਿੱਚ ਵੀ ਹੈਲਪ ਕੀਤੀ ਜਾਵੇ ਤਾਂ ਜੋ ਅਗਲੇ ਸਾਲ ਵਰਲਡ ਚੈਂਪੀਅਨਸ਼ਿਪ ਏਸ਼ੀਅਨ ਗੇਮਸ ਹੈ ਉਹਦੇ ਵਿੱਚ ਮੈਡਲ ਆਏ ਸਰ। ਜੀ ਬਹੁਤ ਬਹੁਤ ਸ਼ੁਕਰੀਆ ਜੀ, ਇੱਕ ਵਾਰ ਫਿਰ ਤੋਂ ਸਾਡੇ ਅਦਾਰੇ ਵੱਲੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਜੀ। ਡੀਐਸਓ ਸਾਹਿਬ ਵੀ ਨਾਲ ਮੌਜੂਦ ਹੈ, ਉਹਨਾਂ ਨਾਲ ਵੀ ਗੱਲ ਕਰ ਲਿਆ ਜਿਨ੍ਹਾਂ ਵੱਲੋਂ ਅੱਜ ਭਰਮਾ ਸਵਾਗਤ ਕੀਤਾ ਗਿਆ। ਹਮੇਸ਼ਾ ਖੁਸ਼ੀ ਹੁੰਦੀ ਹੈ ਜੀ ਜਦੋਂ ਆਪਣਾ ਕੋਈ ਜਿੱਤ ਕੇ ਆਉਂਦਾ ਔਰ ਜਿੱਤ ਵੀ ਇਸ ਲੈਵਲ ਦੀ ਹੋਵੇ ਜਿਹਦੇ ਬਾਰੇ ਸਿਰਫ ਸੋਚਿਆ ਹੀ ਜਾ ਸਕਦਾ। ਕੀ ਮਹਿਸੂਸ ਕਰਦੇ ਹੋ? ਬਹੁਤ ਹੀ ਮਾਣ ਵਾਲੀ ਗੱਲ ਹੈ। ਐਥਲੈਟਿਕ ਵਿੱਚ ਮਿਲਖਾ ਸਿੰਘ ਅਤੇ ਪੀਟੀ ਊਸ਼ਾ ਤੋਂ ਬਾਅਦ ਜਿਹੜਾ ਕੋਈ ਨਾਮ ਹਿੰਦੁਸਤਾਨ ਵਿੱਚ ਐਥਲੈਟਿਕ 'ਚ ਮੈਡਲ ਲਿਆਉਣ ਵਾਸਤੇ ਹੈਗਾ ਉਹ ਕਮਲਪ੍ਰੀਤ ਕੌਰ ਜੀ ਤੋਂ ਅਸੀਂ ਆਸ ਰੱਖਦੇ ਹਾਂ ਵੀ ਆਉਣ ਵਾਲੇ 올림픽ਸ 'ਚ ਇਹ ਮੈਡਲ ਜ਼ਰੂਰ ਦੇਸ਼ ਲਈ ਲੈ ਕੇ ਆਉਣ। ਬਾਕੀ ਪੰਜਾਬ ਖੇਡ ਵਿਭਾਗ ਹਰ ਸੰਭਵ ਕੋਸ਼ਿਸ਼ ਕਰ ਰਹੇ ਆਪਣੇ ਐਥਲੀਟਸ ਨੂੰ ਉੱਚਾ ਚੱਕਣ ਵਾਸਤੇ, ਉਹਨਾਂ ਨੂੰ ਇਨਫਰਾਸਟ੍ਰਕਚਰ ਪ੍ਰੋਵਾਈਡ ਕਰਨ ਵਾਸਤੇ ਜਿਹੜੀ ਵੀ ਇਹਨਾਂ ਨੂੰ ਡਿਮਾਂਡ ਦੀ ਲੋੜ ਹੈ, ਇਕਵਿਪਮੈਂਟ ਤੋਂ ਲੈ ਕੇ ਇਨਫਰਾਸਟ੍ਰਕਚਰ ਤੋਂ ਲੈ ਕੇ ਸਾਰੀ ਡਿਮਾਂਡਸ ਉਹ ਪੂਰੀ ਕੀਤੀਆਂ ਜਾਣਗੀਆਂ। ਸਾਡੇ ਮਾਣਯੋਗ ਮੰਤਰੀ ਸਾਹਿਬ ਅਤੇ ਡਾਇਰੈਕਟਰ ਸਪੋਰਟਸ ਸ਼੍ਰੀ ਖਰਬੰਦਾ ਜੀ ਇਸ ਮਾਮਲੇ 'ਚ ਪੂਰੀ ਤਰੀਕੇ ਨਾਲ ਖਿਡਾਰੀਆਂ ਦੇ ਨਾਲ ਖੜੇ ਨੇ ਅਤੇ ਆਉਣ ਵਾਲੇ ਸਮੇਂ ਵਿੱਚ ਪੰਜਾਬ ਹੋਰ ਵੀ ਬੁਲੰਦੀਆਂ ਛੂਹੇਗਾ ਜੀ। ਬਹੁਤ ਬਹੁਤ ਸ਼ੁਕਰੀਆ। ਸੋ ਤੁਸੀਂ ਦੇਖ ਸਕਦੇ ਹੋ, ਇੱਕ ਵਾਰ ਤਸਵੀਰਾਂ ਦਿਖਾ ਦਈਏ ਕਿ ਅੱਜ ਵੈਲਕਮ ਹੈ ਉਸ ਧੀ ਦਾ ਜਿਸ ਨੇ ਪੂਰੇ ਦੇਸ਼ ਦੇ ਵਿੱਚ, ਪੂਰੀ ਦੁਨੀਆ ਦੇ ਵਿੱਚ ਇੱਕ ਮਾਰਕਾ ਸਥਾਪਿਤ ਕੀਤਾ, 올림픽 ਦੇ ਵਿੱਚ 6ਵਾਂ ਰੈਂਕ ਹਾਸਲ ਕੀਤਾ। ਸੋ ਬਹੁਤ ਵੱਡੀ ਗੱਲ ਹੈ ਔਰ ਤੁਸੀਂ ਦੇਖਿਆ ਉਹਨਾਂ ਦਾ ਕਹਿਣਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਦੇਸ਼ ਦੇ ਲਈ ਕਈ ਮੈਡਲ ਜਿਹੜੇ ਆ ਉਹ ਨਾਲ ਲੈ ਕੇ ਆਉਣਗੇ। ਹਾਂਜੀ ਮੈਡਮ, ਅੱਜ ਤੁਸੀਂ ਪਟਿਆਲੇ ਪਹੁੰਚੇ ਹੋ, ਤੁਹਾਡਾ ਬਹੁਤ ਸਵਾਗਤ ਕੀਤਾ ਜਾ ਰਿਹਾ, ਕੀ ਕਹੋਗੇ?
ਮੈਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਸਰ ਮੈਂ ਪਟਿਆਲਾ ਪਹੁੰਚੀ, ਮੇਰਾ ਐਡਾ ਵੱਡਾ ਭਰਵਾਂ ਸਵਾਗਤ ਕੀਤਾ ਗਿਆ। ਮੈਂ ਸਪੈਸ਼ਲੀ ਥੈਂਕ ਯੂ ਕਰਦੀ ਸਰ, ਇੱਥੇ ਜਿਹੜੇ ਬੱਚੇ ਆਏ ਆ, ਜਿਹੜੇ ਆਫੀਸ਼ੀਅਲ ਸਟਾਫ ਆਏ ਆ, ਤੇ ਸਪੈਸ਼ਲੀ ਥੈਂਕ ਯੂ ਸਰ ਡੀਐਸਓ ਸਰ ਦਾ, ਜਿਨ੍ਹਾਂ ਨੇ ਐਡਾ ਵੱਡਾ ਮੈਨੂੰ ਸਨਮਾਨ ਦਿੱਤਾ ਸਰ। ਜੀ, ਜਿਸ ਤਰ੍ਹਾਂ ਕਿ ਤੁਸੀਂ 6ਵਾਂ ਰੈਂਕ ਹਾਸਲ ਕੀਤਾ, ਦੇਸ਼ ਦੀ ਧੀਆਂ ਲਈ ਐਡਾ ਗੌਰਵ ਜਿਹੜਾ ਤੁਸੀਂ ਕ੍ਰੀਏਟ ਕਰਤਾ, ਕੀ ਕਹੋਗੇ ਧੀਆਂ ਦੇ ਲਈ? ਸਰ ਮੈਂ ਇਹੀ ਉਹਨਾਂ ਨੂੰ ਕਹੂੰਗੀ, ਆਪਣਾ ਏਮ ਤੇ ਆਪਣਾ ਇੱਕ ਜਿਹੜਾ ਕੌਨਫੀਡੈਂਸ ਹੈ ਆਪਣੇ ਤੇ ਬਣਾ ਕੇ ਰੱਖੋ। ਕੋਈ ਵੀ ਜਿਹੜਾ ਆਪਾਂ ਮੁਕਾਮ ਹਾਸਲ ਕਰਦੇ, ਕੋਈ ਵੀ ਮਤਲਬ ਵੱਡਾ ਨਹੀਂ ਹੈ। ਜੇ ਤੁਹਾਡੇ ਮਨ ਵਿੱਚ ਇੱਛਾ ਹੈਗੀ, ਤੁਸੀਂ ਕੁਝ ਵੀ ਕਰ ਸਕਦੇ ਹੋ। ਜੀ, ਜਿਹੜਾ ਅਵੇਸਲਾਪਨ ਥੋੜਾ ਜਿਹਾ ਸਰਕਾਰਾਂ ਵੱਲੋਂ ਸਪੋਰਟਸ ਦੇ ਲਈ ਕੀਤਾ ਜਾਂਦਾ, ਉਹਦੇ ਲਈ ਕੀ ਸੋਚਦੇ ਹੋ? ਮੈਂ ਹੀ ਅੱਗੇ ਹੁਣ ਓਲੰਪਿਕਸ 'ਚ ਆਪਣੇ ਦੇਸ਼ ਦਾ ਬਹੁਤ ਵਧੀਆ ਪ੍ਰਦਰਸ਼ਨ ਰਿਹਾ, ਤੇ ਮੈਂ ਇਹੀ ਅੱਗੇ ਉਮੀਦ ਕਰਦੀ ਕਿ ਸਰਕਾਰਾਂ ਹੁਣ ਸਪੋਰਟਸ ਵੱਲ ਵੀ ਬਹੁਤ ਜ਼ਿਆਦਾ ਧਿਆਨ ਦੇਣਗੀਆਂ। ਜਿਹੜਾ ਮੈਡਲ ਲੱਗਾ ਹੈਗਾ ਇੰਡੀਆ ਦਾ, ਕਾਫੀ ਖਿਡਾਰੀ ਹੋਰ ਵੀ ਤੁਹਾਨੂੰ ਦੇਖ ਕੇ ਜੋਸ਼ ਆਇਆ, ਉਹਨਾਂ 'ਚ ਵੀ ਅੱਗੇ ਓਲੰਪਿਕ ਜਾਈਏ, ਉਹਨਾਂ ਵਾਸਤੇ ਕੀ ਮੈਸੇਜ ਹੈਗਾ ਤੁਹਾਡੇ? ਮੇਰਾ ਸਰ ਇਹੀ ਮੈਸੇਜ ਹੈ ਕਿ ਓਲੰਪਿਕ ਇੱਕ ਬਹੁਤ ਵੱਡਾ ਇਵੈਂਟ ਹੈ, ਲੇਕਿਨ ਐਡਾ ਵੱਡਾ ਨਹੀਂ ਕਿ ਆਪਾਂ ਕੁਝ ਨਾ ਕਰ ਸਕੀਏ। ਜੇ ਤੁਹਾਡੇ ਮਨ ਵਿੱਚ ਏਮ ਹੈ ਤਾਂ ਤੁਸੀਂ ਕੁਝ ਵੀ ਕਰ ਸਕਦੇ ਹੋ। ਤਾਂ ਤੁਸੀਂ ਆਪਣਾ ਏਮ ਹੈ, ਪੂਰਾ ਇੱਕ ਏਮ ਲੈ ਕੇ ਚੱਲੋ। ਕੋਈ ਕੋਚ ਨੇ ਤੁਹਾਡੇ ਜਾਂ ਪੇਰੈਂਟਸ ਨੇ ਤੁਹਾਡੇ, ਕਿੱਦਾਂ ਦਾ ਉਹਨਾਂ ਦਾ ਸਹਿਯੋਗ ਮਿਲਿਆ ਤੁਹਾਨੂੰ, ਤੁਸੀਂ ਇੰਨੇ ਵੱਡੇ ਇਵੈਂਟ 'ਚ ਜਾ ਕੇ ਸਫਲ ਹੋ ਕੇ ਵਾਪਸ ਆਏ? ਪੇਰੈਂਟਸ ਤੇ ਕੋਚ ਦੇ ਸੰਯੋਗ ਤੋਂ ਬਿਨਾ ਕੁਝ ਵੀ ਪੋਸੀਬਲ ਨਹੀਂ ਹੈ। ਜੇ ਉਹ ਨਾ ਸਾਥ ਦਿੰਦੇ ਤਾਂ ਮੈਂ ਇੱਥੇ ਹੁੰਦੀ ਨਾ ਅੱਜ, ਤੇ ਉਹਨਾਂ ਦਾ ਬਹੁਤ ਵੱਡਾ ਸੰਯੋਗ ਰਿਹਾ ਇਸ ਚੀਜ਼ 'ਚ। मैम नाम कीजिए ਤੁਹਾਡਾ? हाँ, मेरा नाम राखी त्यागी है और मैं स्पोर्ट्स अथॉरिटी ऑफ इंडिया में कोच हूँ और कमलप्रीत की कोच हूँ। ਜੀ, ਜਿਸ ਤਰ੍ਹਾਂ ਕਿ ਕਮਲਪ੍ਰੀਤ ਜੀ ਦਾ ਉਹਨਾਂ ਨੇ ਕਿਹਾ ਕਿ ਮੇਰੇ ਕੋਚ ਦਾ ਬਹੁਤ ਵੱਡਾ ਯੋਗਦਾਨ ਹੈ, ਕਿਸ ਤਰ੍ਹਾਂ ਦੀ ਗੇਮ ਸੀ ਉਹਨਾਂ ਦੀ? कमल जैसे कि होता है कि एक खिलाड़ी को शौक होता है बचपन से ही ना, काफ़ी शौकीन थी खेलने की, और वो शौक उसका प्रोफेशनल उसमें बदलता चला गया, और वो बहुत मेहनती बच्चा है, इसलिए उसको जो है रिजल्ट्स जो है टाइम टू टाइम मिलते चले गए। और रही बात उसकी पैशन की, तो वो बहुत पैशनेट है डिस्कस को लेके, और मुझे लगता है आने वाले टाइम में वो हम और बेहतर करेंगे। ਸੋ ਕੋਈ ਵੀ ਸਫਲਤਾ ਹੁੰਦੀ ਹੈ, ਉਸ ਦੇ ਪਿੱਛੇ ਗੁਰੂ ਦਾ ਯੋਗ ਹੱਥ ਹੁੰਦਾ। ਸੋ ਇਸ ਵਕਤ ਕਮਲਪ੍ਰੀਤ ਕੌਰ ਦੇ ਕੋਚ ਹੈ, ਗੁਰੂ ਹੈ, ਉਹ ਸਾਡੇ ਨਾਲ ਮੌਜੂਦ ਹੈ। ਮੈਡਮ ਰੇਖੀ, ਉਹਨਾਂ ਨਾਲ ਗੱਲਬਾਤ ਕਰਦੇ, ਰਾਖੀ ਤਿਆਗੀ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਮੈਡਮ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ, ਕਿਉਂਕਿ ਤੁਹਾਡਾ ਇੱਕ ਸ਼ਿਸ਼ਯ ਜਿਹੜਾ ਅੱਜ ਓਲੰਪਿਕ ਦੇ ਵਿੱਚ ਨਾਮ ਸਥਾਪਿਤ ਕਰ ਰਿਹਾ। ਸੋ ਕਿਸ ਤਰ੍ਹਾਂ ਦੀ ਉਹਨਾਂ ਦੀ ਪ੍ਰੈਕਟਿਸ ਸੀ, ਕਿਹੜੀਆਂ ਉਹਨਾਂ ਨੂੰ ਮਤਲਬ ਵਧੀਆ ਚੀਜ਼ਾਂ ਸੀ, ਕਿਹੜੀਆਂ ਮਾੜੀਆਂ ਸੀ? सर प्रैक्टिस तो ये है कि बहुत हार्ड करनी पड़ती है हमें। मॉर्निंग 4 आवर्स मॉर्निंग में लगते हैं और 4 आवर ही इवनिंग में लगते हैं, तो टोटल 8 घंटे की कम से कम प्रैक्टिस होती है दिन में। और ये जो है मतलब पूरा टेक्निकल इवेंट है, तो हमें टेक्निक्स पे और स्ट्रेंथ पे हर चीज़ पे काम करना पड़ता है, तो उसी से एक कंबाइंड सब कुछ देखते हुए फिर हमारा मतलब रिजल्ट आता है डिस्कस का। ਕਮਲਪ੍ਰੀਤ ਜੀ ਕਿਸ ਤਰ੍ਹਾਂ ਦੀ ਪ੍ਰੈਕਟਿਸ ਕਰਦੇ ਸੀ, ਫਿਰ ਓਲੰਪਿਕ ਦੇ ਵਿੱਚ ਜਾਣਾ ਤੇ ਉੱਥੇ 6ਵਾਂ ਰੈਂਕ ਲੈਣਾ? ਚਲੋ ਕਿਤੇ ਥੋੜਾ ਜਿਹਾ ਰਹਿ ਗਏ ਅਸੀਂ, ਪਰ ਫਿਰ ਵੀ ਬਹੁਤ ਵੱਡਾ ਇੱਕ ਨਾਮ ਬਣਿਆ, ਕਿਸ ਤਰ੍ਹਾਂ ਦੇਖਦੇ ਹੋ ਜੀ? हाँ, कमलप्रीत बहुत हार्ड वर्कर है, और जो है प्रैक्टिस के टाइम पे वो बिल्कुल डेडिकेशन से प्रैक्टिस करती है, और कोई उसका फोकस नहीं रहता। इवन वो मतलब रूम में भी रहती है, जहाँ भी, उसका पूरा फोकस ट्रेनिंग पे रहता है। हम डिस्कस करते रहते हैं पूरा टाइम कि हमने क्या क्या इम्प्रूव करना है। और ओलंपिक्स में 6वीं रैंक जो है बहुत कोई माड़ी नहीं है, और उसकी उम्र के हिसाब से उसने बहुत अच्छा करा है। अभी वो 24 साल की है, और जो बड़े बड़े एथलीट हैं वो 30 साल 35 साल के करीब पहुँच रहे हैं, तो अभी उसका स्टार्ट है। और मैं चाहती हूँ आगे उसको और अच्छी ट्रेनिंग कराई जाए, और हम जितनी भी अच्छी टेक्निक्स होंगी वो सब कुछ प्रोवाइड कराएंगे। सरकार सहयोग करे कमलप्रीत का, जिससे कि और बच्चे भी आगे रोल मॉडल बन के निकले हमारे देश से। मैम सरकार की बात करते हैं तो जैसे हम देख रहे हैं, सभी लोगों का एक कहना होता है कि सरकार की तरफ से कहीं ना कहीं इग्नोरेंस जो है रखी जाती है, या फिर उनको जो टेक्निक्स, जो इक्विपमेंट चाहिए, उनमें कहीं ना कहीं चीज़ें पीछे रह जाती हैं। सर मैं भी यही कहना चाहूँगी, जैसे कमल बोले थे, ग्रास रूट लेवल पे हमें ज़्यादा काम करना चाहिए, क्योंकि अगर हम नीचे से लेके चलेंगे तो ऊपर जाके हमारी परफॉर्मेंस जो है ना अच्छी मेंटेन होगी। सरकार ऊपर जाके ही खिलाड़ियों पे थोड़ा ज़्यादा ध्यान देती है, वो ध्यान हमें ग्रास रूट लेवल पे दे देना चाहिए, ताकि जो हमारी परफॉर्मेंस है ओलंपिक लेवल पे जा सके। जैसे अभी चाइना है, बहुत छोटे छोटे बच्चों ने वहाँ पे मेडल लिए हैं, तो उनका यही एडवांटेज है कि वो छोटे बच्चों के साथ ट्रेनिंग करवाना शुरू कर देते हैं। तो मैं यही गुजारिश करना चाहूँगी, रिक्वेस्ट करना चाहूँगी सरकार से कि जो छोटे बच्चे हैं उन पे ज़्यादा ध्यान दिया जाए। जी मैम, बस आखिरला सवाल है, जैसे कि हम बात कर लें कि एक बच्चे को मेडल तक पहुंचने के लिए, ओलंपिक तक पहुंचने की मेहनत, सहयोग, अच्छा कोच चाहिए होता है। आप हमारे समाज की बेटियां हैं जो आज इस जगह पे आना चाहती हैं, उनके लिए क्या संदेश दोगे? सर मैं ये संदेश देना चाहूँगी कि बेटियों को बढ़ चढ़ के हर चीज़ में हिस्सा लेने दिया जाए, क्योंकि बेटियां जो हैं आज ओलंपिक में हमारी भारत की बेटियों ने सबसे ज़्यादा मेडल लिए हैं, तो उनको इग्नोर ना करा जाए। और जितनी फैसिलिटी हम बेटों को दे रहे हैं, उनसे अब ज़्यादा बेटियों को देनी चाहिए, क्योंकि वो ज़्यादा डिजर्विंग हैं। बहुत बहुत शुक्रिया जी, और एक बार फिर से आपको मनप्रीत कौर को बहुत बहुत शुभकामनाएं। बहुत बहुत शुक्रिया। सो इस वक्त ਅਸੀਂ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਬਾਹਰ ਹਾਂ, ਤੁਸੀਂ ਦੇਖ ਸਕਦੇ ਹੋ NIS ਦੇ ਬਿਲਕੁਲ ਬਾਹਰ ਖੜੇ ਆ, ਔਰ ਇੱਥੇ ਕਮਲਪ੍ਰੀਤ ਕੌਰ ਪਹੁੰਚੇ ਆ, ਜਿਨ੍ਹਾਂ ਨੇ 올림픽 ਦੇ ਵਿੱਚ 6ਵਾਂ ਸਥਾਨ ਹਾਸਲ ਕੀਤਾ। ਇਸ ਤੇ ਇੱਕ ਗੱਲ ਇਹ ਵੀ ਦੱਸ ਦਈਏ ਕਿ ਮਿਲਖਾ ਸਿੰਘ और
ਪੀਟੀ ਊਸ਼ਾ ਤੋਂ ਬਾਅਦ ਜੇਕਰ ਐਥਲੀਟ ਦੀ ਦੁਨੀਆ ਦੇ ਵਿੱਚ ਕੋਈ ਨਾਮ ਉੱਭਰ ਕੇ ਸਾਹਮਣੇ ਆ ਰਿਹਾ ਉਹ ਕਮਲਪ੍ਰੀਤ ਕੌਰ ਦਾ, ਔਰ 6ਵਾਂ ਰੈਂਕ 올림픽 ਦੇ ਵਿੱਚ ਲਿੱਤਾ। ਔਰ ਇੱਥੇ ਇਹ ਵੀ ਕਹਿਣਾ ਕਿ ਇਸ ਤਰ੍ਹਾਂ ਹੀ ਅਗਰ ਪ੍ਰੈਕਟਿਸ ਚੱਲਦੀ ਰਹੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਮੈਡਲ ਜਿਹੜੇ ਹੈ ਦੇਸ਼ ਦੀ ਝੋਲੀ ਦੇ ਵਿੱਚ ਪਾਣਗੇ। ਅੱਜ ਪੂਰਾ ਦੇਸ਼ ਉਹਨਾਂ ਦੇ ਉੱਤੇ ਮਾਣ ਕਰ ਰਿਹਾ, ਗਰਵ ਕਰ ਰਿਹਾ, ਜਿੱਥੇ ਉਹਨਾਂ ਨੇ ਆਪਣੇ ਮਾਤਾ ਪਿਤਾ ਦਾ, ਆਪਣੇ ਪਿੰਡ ਦਾ, ਆਪਣੇ ਸੂਬੇ ਦਾ, ਆਪਣੇ ਦੇਸ਼ ਦਾ ਨਾਮ ਰੋਸ਼ਨ ਕੀਤਾ, ਉੱਥੇ ਹੀ ਦੁਨੀਆ ਦੇ ਵਿੱਚ ਇੱਕ ਮਾਰਕਾ ਸਥਾਪਿਤ ਕੀਤਾ। ਕੈਮਰਾਮੈਨ ਸੰਦੀਪ ਸਿੰਘ ਤੁਰਨਾ ਦੇ ਨਾਲ ਪਟਿਆਲਾ ਤੋਂ ਅਨੁਰਾਗ ਸ਼ਰਮਾ ਦੀ ਵਿਸ਼ੇਸ਼ ਰਿਪੋਰਟ।